हाँ जी स्टूडेंट्स, एक बार फिर तो तुहाडा स्वागत है समाजिक सिक्ख्या हिस्टरी की क्लास विच। असीं अज करांगे राष्ट्रीय अंदोलन 1885 तो 1947 तक, द नैशनलिस्ट मूवमेंट 1885 टू 1947। ਇਹਦੇ ਵਿੱਚ ਅਸੀਂ ਭਾਰਤ ਦਾ ਜੋ ਪਹਿਲਾ ਸੁਤੰਤਰਤਾ ਸੰਗਰਾਮ ਸੀਗਾ 1857 ਈਸਵੀ ਦੀ ਲੜਾਈ, ਅਸੀਂ ਪਿਛਲੀ ਵੀਡੀਓ ਦੇ ਵਿੱਚ ਬੜੀ ਡਿਟੇਲ ਨਾਲ ਕੀਤੀ ਆ। ਉਹਦੇ ਤੋਂ ਲੈ ਕੇ 1947 ਤੱਕ ਭਾਰਤ ਛੱਡੋ ਅੰਦੋਲਨ ਤੱਕ ਦੇ ਜਿਹੜੇ ਲਹਿਰਾਂ ਨੇ ਜਾਂ ਜੋ ਵੀ ਅੰਦੋਲਨ ਨੇ ਉਹਨਾਂ ਬਾਰੇ ਗੱਲ ਕਰਾਂਗੇ। ਇੰਪੋਰਟੈਂਟ ਟੌਪਿਕ ਆ ਪੇਪਰ ਦੇ ਵਿੱਚ, ਇਹਦੇ ਵਿੱਚ MCQs ਆਉਣਗੇ ਤੁਹਾਨੂੰ। ਤਾਂ ਵੀਡੀਓ ਆ ਜਿਹੜੀ ਚਾਹੇ ਲੰਬੀ ਹੋ ਜਾਵੇ ਪਰ ਤੁਸੀਂ ਡਿਟੇਲ ਨਾਲ ਜਿਹੜਾ ਇਹ ਟੌਪਿਕ ਕਰਨਾ ਹੈ। ਅਸੀਂ ਜਾਣਦੇ ਹਾਂ ਕਿ ਜਿਹੜਾ ਅੰਗਰੇਜ਼ਾਂ ਦੇ ਅਧੀਨ ਭਾਰਤ 200 ਸਾਲ ਤੱਕ ਰਿਹਾ, ਭਾਰਤੀਅਤਾ ਨੇ ਬ੍ਰਿਟਿਸ਼ ਰਾਜਾਂ ਰਾਹੀਂ ਪੈਦਾ ਹਾਲਾਤਾਂ ਕਾਰਨ 19ਵੀਂ ਸਦੀ ਵਿੱਚ ਜਨਮ ਲਿਆ। ਮੀਨਜ਼ ਜਿਹੜੇ ਅਸੀਂ ਇੰਡੀਅਨ ਬੋਲਦੇ ਹਾਂ ਅਸੀਂ ਆਪਣੇ ਆਪ ਨੂੰ, ਇਹ ਸਾਡਾ ਅੰਗਰੇਜ਼ਾਂ ਦੀ ਜਿਹੜੀ ਗੁਲਾਮੀ ਸੀਗੀ ਉਸ ਤੋਂ ਜਿਹੜੇ ਹਾਲਾਤ ਪੈਦਾ ਹੋਏ ਉਸ ਤੋਂ ਬਾਅਦ ਅਸੀਂ ਇਸ ਕੰਡੀਸ਼ਨ 'ਚ ਆਏ ਹਾਂ। ਭਾਰਤ ਦੇ ਵਿਕਾਸ ਲਈ ਭਾਰਤੀਆਂ ਨੇ ਰਾਜਨੀਤਿਕ ਘੇਰੇ ਵਿੱਚ ਆਪਣੇ ਹਿੱਸੇ ਦੀ ਮੰਗ ਕੀਤੀ। ਇਹ ਮੰਗ ਹੀ ਬਾਅਦ ਵਿੱਚ ਪੂਰੀ ਆਜ਼ਾਦੀ ਦੀ ਮੰਗ ਵਿੱਚ ਬਦਲ ਗਈ। ਇਸ ਦੇ ਲਈ ਸਮੇਂ-ਸਮੇਂ 'ਤੇ ਕਈ ਅੰਦੋਲਨ ਹੋਏ। ਭਾਰਤੀ ਆਜ਼ਾਦੀ ਦੀ ਲੜਾਈ ਦਾ ਇਤਿਹਾਸ ਇੱਕ ਰਾਸ਼ਟਰੀ ਅੰਦੋਲਨ ਸੀ। ਕਈ ਅੰਦੋਲਨ ਹੋਏ ਜਿਨ੍ਹਾਂ ਵਿੱਚੋਂ ਪ੍ਰਮੁੱਖ ਅਸੀਂ ਇਸ ਤਰੀਕੇ ਨਾਲ ਕਰਾਂਗੇ। ਨੰਬਰ 1 ਤੇ ਹੈਗਾ ਆਜ਼ਾਦੀ ਦੀ ਲੜਾਈ ਦਾ ਪਹਿਲਾ ਜਾਂ 1857 ਈਸਵੀ ਦਾ ਗਦਰ। ਇਹ ਕਿਉਂ ਹੋਇਆ ਸੀਗਾ ਅਸੀਂ ਬਹੁਤ ਡਿਟੇਲ ਨਾਲ ਪਿਛਲੀ ਵੀਡੀਓ ਦੇ ਵਿੱਚ ਕੀਤਾ ਹੈ, ਪਰ ਫਿਰ ਵੀ ਸ਼ੁਰੂਆਤ ਦੇ ਵਿੱਚ ਅਸੀਂ ਇਹ ਚੀਜ਼ ਕਰਾਂਗੇ ਇੱਕ ਵਾਰੀ ਫੇਰ। ਅੰਗਰੇਜ਼ਾਂ ਦੀ ਗੁਲਾਮੀ ਦੇ ਵਿੱਚ ਭਾਰਤੀਆਂ ਨੂੰ ਬਹੁਤ ਸਾਰੀਆਂ ਜ਼ਿਆਦਤੀਆਂ ਦਾ ਸਾਹਮਣਾ ਕਰਨਾ ਪਿਆ ਜਿਹੜੀਆਂ ਆਰਥਿਕ, ਧਾਰਮਿਕ, ਰਾਜਨੀਤਿਕ ਸ਼ੋਸ਼ਣ ਤੇ ਦਮਨ ਨਾਲ ਸੰਬੰਧਿਤ ਸਨ। ਇਸ ਕਰਕੇ ਲੋਕਾਂ ਦੇ ਵਿੱਚ ਜਿਹੜੀ ਅਸੰਤੋਖ ਫੈਲ ਗਿਆ। ਅੰਗਰੇਜ਼ੀ ਸਰਕਾਰ ਜਿਹੜੀ ਉਹ ਕਿਸੇ ਨਾ ਕਿਸੇ ਕਾਰਨ ਰਿਆਸਤੀ ਰਾਜ ਨੂੰ ਆਪਣੇ ਸਾਮਰਾਜ ਵਿੱਚ ਮਿਲਾਉਣ ਦੀ ਕੋਸ਼ਿਸ਼ ਕਰਦੀ ਰਹੀ। ਉਹ ਆਪਣੀ ਵੈਸਟਰਨਾਈਜੇਸ਼ਨ ਆ ਜਿਹੜੀ ਸੱਭਿਅਤਾ ਆਪਣੀ ਉਹਨੂੰ ਫੈਲਾਉਣ ਦਾ ਯਤਨ ਕਰਦੀ ਰਹੀ, ਜਿਹਦੇ ਕਰਕੇ ਭਾਰਤੀ ਲੋਕ ਸੀਗੇ ਜਿਹੜੇ ਉਹਨਾਂ ਦਾ ਦਮ ਘੁੱਟਣ ਲੱਗਿਆ ਇਸ ਤਰ੍ਹਾਂ ਦੀ ਸਥਿਤੀ ਦੇ ਵਿੱਚ। ਤਾਂ ਉਹਨਾਂ ਨੇ ਜਿਹੜਾ ਲੜਾਈ ਕਰਨ ਦਾ ਜਾਂ ਬਗਾਵਤ ਕਰਨ ਦਾ ਪਹਿਲ ਕਦਮੀ ਕੀਤੀ। ਭਾਰਤੀਅਤਾ ਜਾਂ ਰਾਸ਼ਟਰੀਅਤਾ ਦੀ ਭਾਵਨਾ ਦਾ ਜਨਮ ਹੋਣਾ। ਹੁਣ ਨੈਸ਼ਨਲਿਸਟੀ ਜਿਹੜੇ ਨੇ, ਨੈਸ਼ਨਲਿਸਟੀ ਜਿਹੜੀ ਭਾਵਨਾ ਹੈ ਇੰਡੀਅਨ ਲੋਕਾਂ ਦੀ, ਉਹਦੇ ਵਿੱਚ ਏਓ ਹਿਊਮ ਨੇ 27 ਦਸੰਬਰ 1885 ਵਿੱਚ, ਜਿਹੜਾ ਕਿ ਇੱਕ ਧਾਰਮਿਕ ਨੇਤਾ ਸੀਗਾ, ਉਸ ਨੇ ਭਾਈ ਨਰੌਂਜੀ, ਫਿਰੋਜ਼ ਸ਼ਾਹ ਮਹਿਤਾ, ਸੁਰਿੰਦਰਨਾਥ ਬੈਨਰਜੀ ਦੇ ਨਾਲ ਮਿਲ ਕੇ ਬੰਬਈ ਵਿੱਚ ਭਾਰਤੀ ਰਾਸ਼ਟਰੀ ਕਾਂਗਰਸ ਦੀ ਸਥਾਪਨਾ ਕੀਤੀ, ਤਾਂ ਕਿ ਸਾਰੇ ਜਿਹੜੇ ਦੇਸ਼ਵਾਸੀ ਨੇ ਮਿਲ ਕੇ ਭਾਰਤ ਦੀਆਂ ਸਮੱਸਿਆਵਾਂ ਨੂੰ ਅੰਗਰੇਜ਼ਾਂ ਤੱਕ ਪਹੁੰਚਾ ਸਕਣ। ਸ਼ੁਰੂ ਵਿੱਚ ਅੰਗਰੇਜ਼ੀ ਸਰਕਾਰ ਦਾ ਇਸ ਜਿਹੜੀ ਸੰਸਥਾ ਬਣਾਈ ਸੀ, ਪਾਰਟੀ ਬਣਾਈ ਸੀਗੀ, ਉਸ ਦੇ ਨਾਲ ਵਿਵਹਾਰ ਚੰਗਾ ਰਿਹਾ, ਪਰ ਹੌਲੀ ਜਿਹੜਾ ਉਹਨਾਂ ਦਾ ਵਤੀਰਾ ਇਹ ਬਦਲਣ ਲੱਗ ਪਿਆ। ਬਾਅਦ ਵਿੱਚ ਇਸੇ ਪਾਰਟੀ ਨੇ, ਕਾਂਗਰਸ ਨੇ ਸੰਵਿਧਾਨਕ ਲੜਾਈ ਦੇ ਰਸਤੇ ਨੂੰ ਅਪਣਾਇਆ। ਅੰਗਰੇਜ਼ੀ ਸਰਕਾਰ ਕਾਂਗਰਸ 'ਤੇ ਸ਼ੱਕ ਕਰਨ ਲੱਗ ਪਈ। ਇਸ ਤਰ੍ਹਾਂ ਨਾਲ ਉਹਨਾਂ ਦਾ ਕਨਫਲਿਕਟ ਆ ਜਿਹੜਾ ਉਹ ਵੱਧ ਗਿਆ। ਰਾਸ਼ਟਰੀਅਤਾ ਦਾ ਜਿਹੜਾ ਭਾਰਤ ਦੇ ਲੋਕਾਂ ਵਿੱਚ ਭਾਵਨਾ ਕਿਉਂ ਫੈਲੀ, ਇਹਦੇ ਪਿੱਛੇ ਵੀ ਕਈ ਕਾਰਨ ਨੇ। ਪੱਛਮੀ ਸਿੱਖਿਆ ਨੰਬਰ 1 ਤੇ, ਪੱਛਮੀ ਸਿੱਖਿਆ ਦੇ ਨਾਲ ਭਾਰਤੀਆਂ ਵਿੱਚ ਚੇਤਨਾ ਆ ਗਈ, ਕੌਨਸ਼ੀਅਸਨੈਸ ਆ ਗਈ। ਉਹਨਾਂ ਨੂੰ ਮਿਲਟਨ ਮਿਲ ਤੇ ਹਾਰਵਰਡ ਸਪੈਂਸਰ ਦੇ ਵਿਚਾਰਾਂ ਤੋਂ ਕਾਫੀ ਜਿਹੜੀ ਚੇਤਨਾ ਮਿਲੀ। ਭਾਰਤ ਵਿੱਚ ਪ੍ਰਚਲਿਤ ਪ੍ਰਣਾਲੀਆਂ ਤੋਂ ਉਹਨਾਂ ਨੂੰ ਬਹੁਤ ਦੁੱਖ ਹੋਇਆ ਤੇ ਉਹਨਾਂ ਨੇ ਇਹ ਮਹਿਸੂਸ ਕੀਤਾ ਕਿ ਅਸੀਂ ਪੱਛਮੀ ਸਿੱਖਿਆ ਦੇ ਮਾਧਿਅਮ ਨਾਲ ਸਾਰਿਆਂ ਨੂੰ ਆਪਣੇ ਵਿਚਾਰਾਂ ਤੋਂ ਜਾਣੂ ਕਰਵਾ ਸਕਦੇ ਹਾਂ।
ਤਾਂ ਉਹਨਾਂ ਨੇ ਪੱਛਮੀ ਸਿੱਖਿਆ ਤੇ ਜ਼ੋਰ ਦਿੱਤਾ। ਫਿਰ ਮੁਦਰਾ ਸੰਬੰਧੀ ਭੇਦਭਾਵ, ਤਨਖਾਹ ਦੀ ਅਸਮਾਨਤਾ ਨੇ ਆਰਥਿਕ ਭੇਦਭਾਵਾਂ ਨੇ ਹਰ ਇੱਕ ਨੂੰ ਨਾਗਰਿਕ ਨੂੰ ਜਾਗਰੂਕ ਕੀਤਾ ਤੇ ਉਹ ਇਕਜੁੱਟ ਹੋ ਕੇ ਫੈਸਲਾ ਕਰ ਸਕਣ। ਤਾਂ ਮੁਦਰਾ ਸੰਬੰਧੀ ਭੇਦਭਾਵ ਦੇ ਵਿੱਚ ਵੀ ਅੰਗਰੇਜ਼ ਅਧਿਕਾਰੀ ਸੀਗੇ, ਜਿਹੜੇ ਅੰਗਰੇਜ਼ ਅਫਸਰ ਸੀ, ਉਹਨਾਂ ਨੂੰ ਤਨਖਾਹ ਵੱਧ ਮਿਲਦੀਆਂ ਸੀ ਇੱਕੋ ਪੋਸਟ ਦੇ ਉੱਤੇ। ਵੈਸੇ ਤਾਂ ਇੰਡੀਅਨਸ ਨੂੰ ਇੰਨੀ ਵੱਡੀ ਪੋਸਟ ਦਿੱਤੀ ਨਹੀਂ ਸੀ ਜਾਂਦੀ, ਕਲੈਰੀਕਲ ਤੱਕ ਹੀ ਸੀਮਿਤ ਰੱਖਿਆ ਜਾਂਦਾ ਸੀ। ਤਾਂ ਉਹਨਾਂ ਨੂੰ ਜਿਹੜੀ ਪੋਸਟ ਦੇ ਅਗੇਂਸਟ ਜਿਹੜੇ ਬ੍ਰਿਟਿਸ਼ ਨਾਗਰਿਕ ਸੀਗੇ ਉਹ ਲੱਗੇ ਹੁੰਦੇ ਸੀ, ਤਾਂ ਉਹਨਾਂ ਦੇ ਮੁਕਾਬਲੇ ਤਨਖਾਹ ਜਿਹੜੀ ਉਹ ਘੱਟ ਦਿੱਤੀ ਜਾਂਦੀ ਸੀ। ਫਿਰ ਪ੍ਰਿੰਟਿੰਗ ਪ੍ਰੈਸ ਵੀ ਆਜ਼ਾਦੀ ਅੰਦੋਲਨ ਦੇ ਵਿੱਚ ਬਹੁਤ ਵੱਡਾ ਰੋਲ ਅਦਾ ਕਰਦੀ ਆ, ਕਿਉਂਕਿ ਪ੍ਰੈਸ ਇੱਕ ਇਸ ਤਰ੍ਹਾਂ ਦਾ ਮਾਧਿਅਮ ਹੈ ਜਿਹਦੇ ਰਾਹੀਂ ਲੋਕ ਜਾਗਰੂਕ ਹੁੰਦੇ ਨੇ ਤੇ ਆਪਣੇ ਜਿਹੜਾ ਇੱਕ ਦੂਜੇ ਦੇ ਵਿਚਾਰਾਂ ਤੋਂ ਜਾਣੂ ਹੁੰਦੇ ਨੇ। ਫਿਰ ਹੈਗਾ ਆਵਾਜਾਈ ਤੇ ਸੰਚਾਰ ਦੇ ਆਧੁਨਿਕ ਸਾਧਨਾਂ ਦਾ ਵਿਕਾਸ। ਅੰਗਰੇਜ਼ਾਂ ਦੇ ਸਮੇਂ ਆਵਾਜਾਈ ਤੇ ਸੰਚਾਰ ਦੇ ਸਾਧਨਾਂ ਦਾ ਕਾਫੀ ਵਿਕਾਸ ਹੋਇਆ। ਇਸ ਤਰ੍ਹਾਂ ਜਿਹੜਾ ਅੰਦੋਲਨ ਆ, ਰਾਸ਼ਟਰੀ ਅੰਦੋਲਨ ਆ, ਘਰ ਘਰ ਫੈਲਿਆ। ਏਕਤਾ ਦੀ ਜਿਹੜੀ ਭਾਵਨਾ ਜਾਗਰਿਤ ਹੋਈ ਦੇਸ਼-ਵਾਸੀਆਂ ਦੇ ਵਿੱਚ। 1885 ਤੋਂ ਲੈ ਕੇ 1905 ਈਸਵੀ ਦੇ ਸਮੇਂ ਤੱਕ ਰਾਸ਼ਟਰਵਾਦੀ ਅੰਦੋਲਨ ਦਾਦਾ ਭਾਈ ਨਰੌਜੀ, ਫਿਰੋਜ਼ ਸ਼ਾਹ ਮਹਿਤਾ, ਸੁਰਿੰਦਰਨਾਥ ਬੈਨਰਜੀ, ਗੋਪਾਲ ਕ੍ਰਿਸ਼ਨ ਗੋਖਲੇ ਦੇ ਹੱਥਾਂ ਵਿੱਚ ਰਿਹਾ। ਇਹ ਸਾਰੇ ਨਰਮ ਦਲ ਦੇ ਲੋਕ ਸਨ ਜੋ ਸ਼ਾਂਤੀ ਤੇ ਅਹਿੰਸਾ ਵਿੱਚ ਵਿਸ਼ਵਾਸ ਕਰਦੇ ਸਨ, ਕਿਉਂਕਿ ਇਹਨਾਂ ਲੋਕਾਂ ਦੀ ਨਜ਼ਰ ਵਿੱਚ ਨਿਮਰਤਾ ਨਾਲ ਪ੍ਰਾਰਥਨਾ ਕਰਨ ਨਾਲ ਅੰਗਰੇਜ਼ੀ ਸਰਕਾਰ ਉਹਨਾਂ ਦੀਆਂ ਜ਼ਰੂਰਤਾਂ ਦਾ ਧਿਆਨ ਰੱਖੇਗੀ। ਪਰ ਇਹ ਗੱਲ ਠੀਕ ਨਹੀਂ ਸੀ। ਅੰਗਰੇਜ਼ ਭਾਰਤੀਆਂ ਤੋਂ ਸਾਵਧਾਨ ਹੋ ਗਏ। ਭਾਰਤੀਆਂ ਤੇ ਹੌਲੀ ਹੌਲੀ ਲਗਾਮ ਉਹਨਾਂ ਨੇ ਕੱਸਣੀ ਸ਼ੁਰੂ ਕਰ ਦਿੱਤੀ। 19ਵੀਂ ਸਦੀ ਵਿੱਚ ਮਹਾਰਾਸ਼ਟਰ ਵਿੱਚ ਇੱਕ ਵੱਡਾ ਅਕਾਲ ਪਿਆ। ਇਸ ਅਕਾਲ ਤੋਂ ਪਰੇਸ਼ਾਨ ਲੋਕਾਂ ਦੇ ਪ੍ਰਤੀ ਅਪਣਾਈ ਗਈ ਨੀਤੀ ਤੇ ਬੰਗਾਲ ਨੂੰ ਧਰਮ ਦੇ ਨਾਮ ਤੇ ਵੰਡਣ ਦੀ ਨੀਤੀ ਨੇ ਨਰਮ ਦਲ ਕਾਂਗਰਸ ਦੇ ਲੋਕਾਂ ਦੇ ਮਨਾਂ ਵਿੱਚ ਕੜਵਾਹਟ ਪੈਦਾ ਕਰ ਦਿੱਤੀ। ਕੁਝ ਲੋਕਾਂ ਨੇ ਬੇਨਤੀ ਕਰਨ ਦੀ ਨੀਤੀ ਤੋਂ ਆਪਣੇ ਆਪ ਨੂੰ ਅਲੱਗ ਕਰ ਲਿਆ ਤੇ ਨਵੀਂ ਵਿਚਾਰਧਾਰਾ ਦੇ ਲੋਕਾਂ ਦਾ ਜਨਮ ਹੋਇਆ। ਇਸ ਵਿਚਾਰਧਾਰਾ ਦੇ ਸਮਰਥਕ ਸਨ ਲਾਲ, ਬਾਲ ਤੇ ਪਾਲ। ਉਹ ਉਗਰ ਵਿਚਾਰਾਂ ਵਾਲੇ ਸਨ। ਇਸ ਸਮੇਂ ਬੰਦੇ ਮਾਤਰਮ ਰਾਸ਼ਟਰੀ ਗੀਤ ਦੀ ਰਚਨਾ ਬੰਕਿਮ ਚੰਦਰ ਚੈਟਰਜੀ ਨੇ ਕੀਤੀ। ਸੁਦੇਸ਼ੀ ਵਸਤੂਆਂ ਦਾ ਪ੍ਰਯੋਗ ਤੇ ਜ਼ੋਰ ਦਿੱਤਾ ਜਾਣ ਲੱਗ ਗਿਆ। ਵਿਦੇਸ਼ੀ ਚੀਜ਼ਾਂ ਨੂੰ ਹੌਲੀ ਹੌਲੀ ਜਲਾਇਆ ਜਾਣ ਲੱਗਿਆ। 1911 ਈਸਵੀ ਵਿੱਚ ਬੰਗਾਲ ਦੁਬਾਰਾ ਇੱਕ ਹੋ ਗਿਆ। ਇਸੇ ਤਰ੍ਹਾਂ 1900 ਤੋਂ ਲੈ ਕੇ 1916 ਈਸਵੀ ਤੱਕ ਦਾ ਸਮਾਂ ਆਤੰਕਵਾਦੀ ਰਾਜਨੀਤੀ ਨਾਲ ਭਰਿਆ ਹੋਇਆ ਸਮਾਂ ਸੀ। 1916 ਵਿੱਚ ਤਿਲਕ ਨੇ ਹੋਮ ਰੂਲ ਲੀਗ ਸਥਾਪਿਤ ਕੀਤੀ, ਜਿਹਦੇ ਵਿੱਚ ਉਹਨੇ ਕਿਹਾ ਸੁਤੰਤਰਤਾ ਮੇਰਾ ਜਨਮ ਸਿੱਧ ਅਧਿਕਾਰ ਹੈ, ਮੈਂ ਇਸ ਨੂੰ ਲੈ ਕੇ ਰਹਾਂਗਾ। ਇਸ ਪ੍ਰਕਾਰ ਇਹ ਆਜ਼ਾਦੀ ਅੰਦੋਲਨ ਦਾ ਮਹੱਤਵਪੂਰਨ ਨਾਰਾ ਬਣ ਗਿਆ। ਇਸ ਤੋਂ ਬਾਅਦ ਬਾਲ ਗੰਗਾਧਰ ਤਿਲਕ ਦੀ ਮੌਤ ਹੋ ਗਈ। ਕਾਂਗਰਸ ਦੇ ਨੇਤਾ ਮੋਹਨਦਾਸ ਕਰਮਚੰਦ ਗਾਂਧੀ ਬਣੇ। ਉਹਨਾਂ ਨੇ ਵੀ ਅਹਿੰਸਾ ਦੀ ਨੀਤੀ ਅਪਣਾਈ। ਜਿਹੜੇ ਲੋਕ ਇਸ ਨੀਤੀ ਵਿੱਚ ਵਿਸ਼ਵਾਸ ਨਹੀਂ ਕਰਦੇ ਸਨ ਉਹ ਕਾਂਗਰਸ ਪਾਰਟੀ ਤੋਂ ਅਲੱਗ ਹੋ ਗਏ। ਉਹਨਾਂ ਨੇ ਉਗਰ ਵਿਚਾਰ ਸਨ। ਇਸ ਤਰ੍ਹਾਂ ਨੇਤਾ ਦੋ ਦਲਾਂ ਵਿੱਚ ਵੰਡੇ ਗਏ। ਇੱਕ ਉਹ ਸਨ ਜੋ ਹਿੰਸਾ ਵਿੱਚ ਵਿਸ਼ਵਾਸ ਰੱਖਦੇ ਸਨ, ਦੂਜੇ ਉਹ ਸਨ ਬੰਦੂਕ ਦੀ ਗੋਲੀ ਵਿੱਚ ਵਿਸ਼ਵਾਸ ਰੱਖਦੇ ਸਨ। ਇਹਨਾਂ ਨੂੰ ਕ੍ਰਾਂਤੀਕਾਰੀਆਂ ਦਾ ਨਾਮ ਦਿੱਤਾ ਗਿਆ। ਇਹਨਾਂ ਵਿੱਚੋਂ ਪ੍ਰਮੁੱਖ ਸਨ ਸੁਭਾਸ਼ ਚੰਦਰ ਬੋਸ, ਚੰਦਰ ਸ਼ੇਖਰ ਆਜ਼ਾਦ, ਭਗਤ ਸਿੰਘ, ਰਾਜਗੁਰੂ, ਸੁਖਦੇਵ, ਮਦਨ ਲਾਲ ਢੀਂਗਰਾ ਆਦਿ। 1914 ਈਸਵੀ ਵਿੱਚ ਪਹਿਲਾ ਵਿਸ਼ਵ ਯੁੱਧ ਸ਼ੁਰੂ ਹੋਇਆ। ਗਾਂਧੀ ਜੀ ਦਾ ਸਹਿਯੋਗ ਲੈਣ ਲਈ ਅੰਗਰੇਜ਼ੀ ਸਰਕਾਰ ਨੇ ਸ਼ਾਸਨ ਵਿੱਚ ਸੁਧਾਰ ਲਿਆਉਣ ਦਾ ਭਰੋਸਾ ਦਿੱਤਾ। 1918 ਈਸਵੀ ਵਿੱਚ ਇਹ ਯੁੱਧ ਖਤਮ ਹੋ ਗਿਆ ਤਾਂ ਅੰਗਰੇਜ਼ੀ ਸਰਕਾਰ ਆਪਣੇ ਸਾਰੇ ਵਾਅਦਿਆਂ ਤੋਂ ਮੁੱਕਰ ਗਈ। ਉਸ ਤੋਂ ਬਾਅਦ ਅੰਗਰੇਜ਼ੀ ਸਰਕਾਰ ਨੇ ਸੁਧਾਰ ਦੀ ਘੋਸ਼ਣਾ ਕੀਤੀ। ਕਿਹੜੀ ਘੋਸ਼ਣਾ ਕੀਤੀ? 1917 ਈਸਵੀ ਤੇ 1919 ਈਸਵੀ ਦੀ ਸੁਧਾਰ ਘੋਸ਼ਣਾ ਸੀਗੀ ਉਹ। 1917 ਵਿੱਚ ਅੰਗਰੇਜ਼ੀ ਸਰਕਾਰ ਨੇ ਸੁਧਾਰ ਦੀ ਘੋਸ਼ਣਾ ਕੀਤੀ ਤੇ ਵਾਅਦਾ ਕੀਤਾ ਕਿ ਤੁਸੀਂ ਯੁੱਧ ਵਿੱਚ ਸਹਿਯੋਗ ਦਿਓ। ਅਸੀਂ ਬ੍ਰਿਟਿਸ਼ ਨੀਤੀਆਂ ਵਿੱਚ ਸੁਧਾਰ ਲੈ ਕੇ ਆਵਾਂਗੇ ਤਾਂ ਕਿ ਲੋਕਾਂ ਦਾ ਭਲਾ ਹੋ ਸਕੇ। ਪਰ ਅੰਗਰੇਜ਼ੀ ਸਰਕਾਰ ਹਮੇਸ਼ਾ ਆਪਣੇ ਵਾਅਦਿਆਂ ਤੋਂ ਮੁੱਕਰਦੀ ਰਹੀ। 1919 ਈਸਵੀ ਵਿੱਚ ਅੰਗਰੇਜ਼ੀ ਸਰਕਾਰ ਨੇ ਜੋ ਸੁਧਾਰ ਕੀਤੇ ਉਹ ਭਾਰਤੀਆਂ ਲਈ ਠੀਕ ਨਹੀਂ ਸਨ। ਇਸ ਦਾ परिणाम ਇਹ ਹੋਇਆ ਕਿ ਰਾਜਨੀਤਿਕ ਅੰਦੋਲਨ ਸੈਨਾ ਜਾਂ ਜਾਤੀ ਦੇ ਅੰਦੋਲਨ ਵਿੱਚ ਬਦਲ ਗਿਆ। ਇਹ ਬਾਅਦ ਵਿੱਚ ਗਾਂਧੀ ਯੁੱਗ ਤੋਂ ਸ਼ੁਰੂ ਹੋਇਆ। ਜਲਿਆਂਵਾਲਾ ਬਾਗ ਹੱਤਿਆਕਾਂਡ ਆ ਜਿਹੜਾ ਉਹ ਵੀ ਇਸ ਦੇ ਵਿੱਚ ਮਹੱਤਵਪੂਰਨ ਭੂਮਿਕਾ ਅਦਾ ਕਰਦਾ ਹੈ।
ਜਦੋਂ ਅੰਦੋਲਨ ਸ਼ੁਰੂ ਹੋ ਗਏ ਤਾਂ ਲੋਕ ਸੀਗੇ ਜਿਹੜੇ ਉਹ ਜਲਿਆਂਵਾਲਾ ਬਾਗ ਵਿੱਚ ਇਕੱਠੇ ਹੋ ਕੇ ਸ਼ਾਂਤੀਪੂਰਵਕ ਢੰਗ ਨਾਲ ਆਪਣੇ ਨੇਤਾਵਾਂ ਦੇ ਵਿਚਾਰ ਸੁਣ ਰਹੇ ਸਨ। ਪਰ ਅੰਗਰੇਜ਼ੀ ਸਰਕਾਰ ਸੀਗੀ ਜਿਹੜੀ ਉਹ ਭਾਰਤੀਆਂ ਦੀ ਆਵਾਜ਼ ਨੂੰ ਦਬਾਉਣ ਲਈ ਲਗਾਤਾਰ ਸਕਰੀਏ ਸੀਗੀ। ਉਹਨਾਂ ਨੇ ਇੱਕ ਕਾਨੂੰਨ ਪਾਸ ਕੀਤਾ ਸੀਗਾ ਜਿਸ ਦੇ ਬਲ ਤੇ ਅੰਦੋਲਨ ਦਬਾਇਆ ਜਾ ਸਕੇ। ਇਸ ਨੂੰ ਰੋਲਟ ਐਕਟ ਦੇ ਨਾਮ ਨਾਲ ਜਾਣਿਆ ਗਿਆ। ਇਸ ਅਨੁਸਾਰ ਕਿਸੇ ਵੀ ਅੰਦੋਲਨ ਨੂੰ ਦਬਾਉਣ ਦਾ ਅਧਿਕਾਰ ਅੰਗਰੇਜ਼ ਸਰਕਾਰ ਰੱਖਦੀ ਸੀ। ਇਸ ਕਾਨੂੰਨ ਦਾ ਜਾਂ ਇਸ ਐਕਟ ਦਾ ਵਿਰੋਧ ਕਰਨ ਲਈ 13 ਅਪ੍ਰੈਲ 1919 ਨੂੰ ਜਿਹੜਾ ਜਲਿਆਂਵਾਲਾ ਬਾਗ ਅੰਮ੍ਰਿਤਸਰ ਵਿੱਚ ਬਹੁਤ ਸਾਰੇ ਲੋਕ ਇਕੱਠੇ ਹੋਏ ਸਨ। ਉਸ ਸਮੇਂ ਪੰਜਾਬ ਦੇ ਗਵਰਨਰ ਦੇ ਆਦੇਸ਼ ਤੇ ਜਨਰਲ ਡਾਇਰ ਦੇ ਸੈਨਿਕਾਂ ਨੇ ਬਾਗ ਨੂੰ ਚਾਰੋਂ ਤਰਫ ਤੋਂ ਘੇਰ ਕੇ ਨਿਹੱਥੇ ਲੋਕਾਂ ਤੇ ਗੋਲੀਆਂ ਦੀ ਝੜੀ ਲਗਾ ਦਿੱਤੀ। ਇਸ ਬਾਗ ਤੋਂ ਨਿਕਲਣ ਦਾ ਇੱਕੋ ਹੀ ਰਸਤਾ ਸੀ ਜੋ ਅੱਜ ਵੀ ਹੈ। ਲੋਕ ਜਾਨ ਬਚਾਉਣ ਲਈ ਭੱਜੇ। ਰਸਤੇ ਵਿੱਚ ਇੱਕ ਖੂਹ ਸੀ, ਉਸ ਵਿੱਚ ਡਿੱਗਣ ਲੱਗੇ। ਖੂਹ ਲਾਸ਼ਾਂ ਨਾਲ ਭਰ ਗਿਆ। ਇਸ ਕਾਂਡ ਵਿੱਚ ਜਨਰਲ ਡਾਇਰ ਨੇ 1000 ਲੋਕਾਂ ਦੀ ਹੱਤਿਆ ਕਰ ਦਿੱਤੀ ਤੇ 2000 ਤੋਂ ਵੱਧ ਜਿਹੜੇ ਸੀਗੇ ਜ਼ਖਮੀ ਕਰ ਦਿੱਤੇ। ਇਹ ਘਟਨਾ ਸੀਗੀ ਜਿਹੜੀ ਇਹ ਭਾਰਤੀ ਅੰਦੋਲਨ ਦੇ ਇਤਿਹਾਸ ਵਿੱਚ ਅੱਗ ਦਾ ਕੰਮ ਕਰਦੀ ਹੈ। ਇਸ ਤੋਂ ਬਾਅਦ ਪੰਜਾਬ ਵਿੱਚ ਮਾਰਸ਼ਲ ਲਾ ਲਾਗੂ ਕਰ ਦਿੱਤਾ ਗਿਆ, ਪਰ ਅੰਦੋਲਨ ਦੀ ਚਿੰਗਾਰੀ ਹੈ ਜਿਹੜੀ ਉਹ ਸ਼ਾਂਤ ਨਹੀਂ ਹੋਈ। ਫਿਰ 1919 ਤੋਂ ਲੈ ਕੇ 1935 ਤੱਕ ਦੇ ਸਮੇਂ ਦੀ ਗੱਲ ਕਰਾਂਗੇ ਅਸੀਂ। ਇਹ ਸਮਾਂ ਰਾਜਨੀਤਿਕ ਤੇ ਸੰਵਿਧਾਨਿਕ ਵਿਕਾਸ ਦਾ ਸਮਾਂ ਕਹਾਉਂਦਾ ਹੈ। ਭਾਰਤੀ ਕਾਂਗਰਸ ਨੇ ਸੁਧਾਰਾਂ ਨੂੰ ਨਾਕਾਫੀ ਦੱਸਿਆ। ਇਸ ਸਮੇਂ ਦੌਰਾਨ ਗਾਂਧੀ ਇੱਕ ਮਹਾਨ ਨੇਤਾ ਦਾ ਰੂਪ ਲੈ ਚੁੱਕੇ ਸਨ। ਇਸ ਕਾਨੂੰਨ ਨੂੰ ਲਾਗੂ ਕਰਨ ਪਿੱਛੋਂ ਅੰਗਰੇਜ਼ਾਂ ਦਾ ਮੰਤਵ ਸਮੁਦਾਇ ਨੂੰ ਦੋ ਹਿੱਸਿਆਂ ਵਿੱਚ ਵੰਡਣਾ ਸੀ। ਅੰਗਰੇਜ਼ਾਂ ਨੇ ਹਮੇਸ਼ਾ ਹੀ ਫੁੱਟ ਪਾਓ ਰਾਜ ਕਰੋ ਦੀ ਨੀਤੀ ਨੂੰ ਲਾਗੂ ਕੀਤਾ ਹੈ। ਹਿੰਦੂ ਮੁਸਲਮਾਨਾਂ ਦੀ ਏਕਤਾ ਨੂੰ ਬਣਾਉਣ ਲਈ ਗਾਂਧੀ ਜੀ ਨੇ ਖਿਲਾਫਤ ਅੰਦੋਲਨ ਚਲਾਇਆ। ਸਭ ਤੋਂ ਜ਼ਿਆਦਾ ਏਕਤਾ ਇਹਨਾਂ ਦੋ ਸਮੁਦਾਇਆਂ ਵਿੱਚ ਪਾਈ ਜਾਂਦੀ ਹੈ। ਇਸ ਸਮੇਂ ਕਾਫੀ ਅੰਦੋਲਨਕਾਰੀ ਜੇਲ੍ਹ ਗਏ। ਅੰਗਰੇਜ਼ ਸਰਕਾਰ ਨੂੰ ਅਜਿਹਾ ਮਹਿਸੂਸ ਹੋਣ ਲੱਗਿਆ ਕਿ ਪਰਿਸਥਿਤੀ ਉਹਨਾਂ ਦੇ ਨਿਯੰਤਰਣ ਤੋਂ ਬਾਹਰ ਹੋ ਗਈ ਹੈ। ਸਾਰੀ ਜੇਲ੍ਹ ਅੰਦੋਲਨਕਾਰੀਆਂ ਨਾਲ ਭਰ ਗਈ। ਪ੍ਰਿੰਸ ਆਫ ਵੇਲਜ਼ ਦੇ ਆਉਣ ਤੇ ਸਥਿਤੀ ਨੂੰ ਸੁਧਾਰਨਾ ਜ਼ਰੂਰੀ ਸੀ, ਪਰ ਸਰਕਾਰ ਕਾਬੂ ਨਹੀਂ ਕਰ ਸਕੀ। ਪ੍ਰਿੰਸ ਆਫ ਵੇਲਜ਼ ਜਿੱਥੇ ਜਿੱਥੇ ਗਏ ਉਹਨਾਂ ਦਾ ਸਵਾਗਤ ਹੜਤਾਲ ਤੇ ਸ਼ੋਕ ਨਾਲ ਕੀਤਾ ਗਿਆ। ਇਸ ਸਮੇਂ ਅੰਗਰੇਜ਼ੀ ਸਰਕਾਰ ਜਿਹੜੀ ਨੇ ਰਾਸ਼ਟਰੀ ਕਾਂਗਰਸੀ ਪਾਰਟੀ ਨਾਲ ਹੱਥ ਮਿਲਾਉਣਾ ਚਾਹਿਆ ਤੇ ਉਸ ਨੂੰ ਨਿਰਾਸ਼ਾ ਮਿਲੀ। ਅੰਦੋਲਨ ਸ਼ਾਂਤੀ ਨਾਲ ਜ਼ੋਰ ਸ਼ੋਰ ਨਾਲ ਚੱਲ ਰਿਹਾ ਸੀ। ਇਸ ਸਮੇਂ ਚੌਰੀ ਚੌਰਾ ਦੀ ਘਟਨਾ ਹੋਈ। ਗਾਂਧੀ ਜੀ ਨੇ ਅੰਦੋਲਨ ਕਰ ਦਿੱਤਾ। ਅੰਗਰੇਜ਼ੀ ਸਰਕਾਰ ਨੇ ਗਾਂਧੀ ਨੂੰ ਜੇਲ੍ਹ ਵਿੱਚ ਸੁੱਟ ਦਿੱਤਾ। ਇਸ ਨੇ ਕਾਂਗਰਸ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ। ਇੱਕ ਜੋ ਗਾਂਧੀ ਦੇ ਸਮਰਥਕ ਨਹੀਂ ਸਨ, ਦੂਜੇ ਜੋ ਗਾਂਧੀ ਦੇ ਸਮਰਥਕ ਸਨ। ਇੱਕ ਸਮੂਹ ਵਿੱਚ ਲੋਕ ਡਾਕਟਰ M.A. ਅੰਸਾਰੀ, ਕਸਤੂਰੀ ਰੰਗਾ, ਰਾਜਗੋਪਾਲਚਾਰੀ ਤੇ ਦੂਜੇ ਸਮੂਹ ਵਿੱਚ C.K. ਦਾਸ, ਮੋਤੀ ਲਾਲ, ਹਕੀਮ ਅਜਮਲ ਖਾਨ ਪਟੇਲ ਤੇ ਮਾਲਵੀ ਆਦਿ ਪ੍ਰਮੁੱਖ ਸਨ। ਫਿਰ ਗੱਲ ਕਰਾਂਗੇ ਅਸਹਿਯੋਗ ਅੰਦੋਲਨ ਦੀ। ਜਿਹੜਾ ਜਲਿਆਂਵਾਲਾ ਬਾਗ ਦਾ ਹੱਤਿਆਕਾਂਡ ਸੀ, ਇਹਦੀ ਖਬਰ ਸੁਣ ਕੇ ਦੇਸ਼ ਭਰ 'ਚ ਗੁੱਸੇ ਤੇ ਦੁੱਖ ਦੀ ਲਹਿਰ ਦੌੜ ਗਈ। ਇਸ ਸਮੇਂ ਗਾਂਧੀ ਜੀ ਦੀ ਨੇਤਾਗਿਰੀ ਵਿੱਚ 4 ਸਤੰਬਰ 1920 ਨੂੰ ਅਸਹਿਯੋਗ ਅੰਦੋਲਨ ਸ਼ੁਰੂ ਕੀਤਾ ਗਿਆ। ਲੱਖਾਂ ਲੋਕਾਂ ਨੇ ਇਸ ਅੰਦੋਲਨ ਵਿੱਚ ਹਿੱਸਾ ਲਿਆ। ਗਾਂਧੀ ਜੀ ਨੇ ਵਿਸ਼ੇਸ਼ ਰੂਪ ਵਿੱਚ ਇਹ ਜ਼ੋਰ ਦਿੱਤਾ ਕਿ ਹਿੰਸਾ ਨਾ ਹੋਵੇ। ਉਹਨਾਂ ਦਾ ਪੱਕਾ ਵਿਸ਼ਵਾਸ ਸੀ ਕਿ ਹਿੰਸਾ ਦਾ ਜਵਾਬ ਹਿੰਸਾ ਨਾ ਹੋਵੇ। ਅਸਹਿਯੋਗ ਅੰਦੋਲਨ ਵਿੱਚ ਦੇਸ਼ ਕਈ ਨੇਤਾਵਾਂ ਜਿਵੇਂ ਡਾਕਟਰ ਰਾਜਿੰਦਰ ਪ੍ਰਸਾਦ, ਮੁਹੰਮਦ ਅਲੀ ਜਿਨਾਹ, ਸਰਦਾਰ ਵੱਲਭ ਭਾਈ ਪਟੇਲ, ਸ਼ੌਕਤ ਅਲੀ, ਮੌਲਾਨਾ ਅਬੁਲ ਕਲਾਮ ਆਜ਼ਾਦ, ਸਰੋਜਨੀ ਨਾਇਡੂ, ਚੱਕਰਵਰਤੀ, ਰਾਜਗੋਪਾਲਾਚਾਰੀ, ਮੋਤੀ ਲਾਲ ਨਹਿਰੂ, ਚਿਤਰੰਜਨ ਦਾਸ ਆਦਿ ਇਹ ਸਾਰੇ ਮੋਢੀ ਦੇ ਮੋਢੇ ਜੋੜ ਕੇ ਹਿੱਸਾ ਲੈਣ ਵਾਲੇ ਨੇਤਾ ਸਨ। ਇਸ ਅੰਦੋਲਨ ਵਿੱਚ ਪੰਡਿਤ ਜਵਾਹਰ ਲਾਲ ਨਹਿਰੂ ਵੀ ਭਾਰਤੀ ਜਨਤਾ ਦੇ ਵਿੱਚ ਆਏ। ਇਹਨਾਂ ਲੋਕਾਂ ਨੇ ਅੰਗਰੇਜ਼ੀ ਸਰਕਾਰ ਦੇ ਅਨਿਆਏ ਅਤੇ ਪੂਰਨ ਕਾਨੂੰਨਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ। ਸੈਂਕੜੇ ਲੋਕਾਂ ਨੇ ਸਰਕਾਰੀ ਨੌਕਰੀਆਂ ਛੱਡ ਦਿੱਤੀਆਂ। ਵਿਦਿਆਰਥੀ ਤੇ ਅਧਿਆਪਕਾਂ ਨੇ ਆਪਣੇ ਸਕੂਲ ਛੱਡ ਦਿੱਤੇ। ਸਾਰੇ ਅਸਹਿਯੋਗ ਅੰਦੋਲਨ ਵਿੱਚ ਸ਼ਾਮਲ ਹੋ ਗਏ। ਅੰਗਰੇਜ਼ੀ ਸਰਕਾਰ ਨੇ ਅੰਦੋਲਨ ਨੂੰ ਕੁਚਲਣ ਦੀ ਬਹੁਤ ਕੋਸ਼ਿਸ਼ ਕੀਤੀ। ਅਨੇਕ ਨੇਤਾ ਗ੍ਰਿਫਤਾਰ ਕੀਤੇ। ਅਨੇਕ ਸਥਾਨਾਂ ਤੇ ਲੋਕਾਂ ਤੇ ਲਾਠੀਆਂ ਚਲਾਈਆਂ, ਪਰ ਗਾਂਧੀ ਜੀ ਨੇ ਲੋਕਾਂ ਨਾਲ ਅਹਿੰਸਕ ਬਣੇ ਰਹਿਣ ਦੀ ਅਪੀਲ ਕੀਤੀ ਕਿਉਂਕਿ ਉਹ ਕਿਸੇ ਵੀ ਤਰ੍ਹਾਂ ਦੀ ਹਿੰਸਾ ਤੋਂ ਨਫ਼ਰਤ ਕਰਦੇ ਸਨ। ਫਿਰ ਚੌਰਾ ਚੌਰੀ ਕਾਂਡ। 4 ਫਰਵਰੀ 1922 ਨੂੰ ਉੱਤਰ ਪ੍ਰਦੇਸ਼ ਦੇ ਗੋਰਖਪੁਰ ਜ਼ਿਲ੍ਹੇ ਵਿੱਚ ਚੌਰੀ ਚੌਰਾ ਵਿੱਚ ਭੀੜ ਨੇ ਹਿੰਸਾ ਸ਼ੁਰੂ ਕਰ ਦਿੱਤੀ। ਅੰਦੋਲਨਕਾਰੀ ਪੁਲਿਸ ਦੇ ਜ਼ਾਲਮਪੁਣੇ
ਨੂੰ ਸਹਿਣ ਨਾ ਕਰ ਸਕੇ, ਉਹਨਾਂ ਤੇ ਹਮਲਾ ਕਰ ਦਿੱਤਾ ਤੇ ਅੱਗ ਲਗਾ ਦਿੱਤੀ। 22 ਪੁਲਿਸ ਕਰਮੀ ਜਿੰਦਾ ਸੜ ਕੇ ਮਾਰੇ ਗਏ। ਗਾਂਧੀ ਜੀ ਨੂੰ ਇਸ ਘਟਨਾ ਤੋਂ ਬਹੁਤ ਦੁੱਖ ਹੋਇਆ। ਉਹਨਾਂ ਨੇ ਅਸਹਿਯੋਗ ਅੰਦੋਲਨ ਸੀਗਾ ਜਿਹੜਾ ਉਹ ਵਾਪਸ ਲੈ ਲਿਆ। ਗਾਂਧੀ ਜੀ ਕਦੇ ਵੀ ਹਿੰਸਾ ਨਹੀਂ ਚਾਹੁੰਦੇ ਸਨ। ਉਹਨਾਂ ਦਾ ਵਿਚਾਰ ਸੀ ਕਿ ਹਿੰਸਾ ਨਾਲ ਮੰਤਵ ਨਹੀਂ ਪ੍ਰਾਪਤ ਕੀਤਾ ਜਾ ਸਕਦਾ। ਫਿਰ ਹੈਗਾ ਸਾਈਮਨ ਕਮਿਸ਼ਨ। ਨਵੰਬਰ 1927 ਈਸਵੀ ਵਿੱਚ ਅੰਗਰੇਜ਼ਾਂ ਨੇ ਸ਼ਾਸਨ ਵਿੱਚ ਸੁਧਾਰ ਲਿਆਉਣ ਲਈ ਇੱਕ ਕਮਿਸ਼ਨ ਬਣਾਇਆ, ਜਿਸ ਦਾ ਮੁੱਖ ਸਾਈਮਨ ਨਾਂ ਦਾ ਇੱਕ ਅੰਗਰੇਜ਼ ਸੀ। ਇਹ ਕਮਿਸ਼ਨ ਵਿੱਚ ਕੋਈ ਵੀ ਭਾਰਤੀ ਨਹੀਂ ਸੀ। ਇਸ ਕਮਿਸ਼ਨ ਦਾ ਭਾਰਤ ਵਿੱਚ ਵੱਡੇ ਪੈਮਾਨੇ 'ਤੇ ਵਿਰੋਧ ਕੀਤਾ ਗਿਆ। ਸਾਈਮਨ ਵਾਪਸ ਜਾਓ, ਸਾਈਮਨ ਕਮਿਸ਼ਨ ਵਾਪਸ ਜਾਓ ਦੇਸ਼ ਵਿੱਚ ਨਾਅਰਾ ਲੱਗਾ ਤੇ ਉਸੇ ਨਵੇਂ ਉਤਸ਼ਾਹ ਨਾਲ ਇਹ ਅੰਦੋਲਨ ਫਿਰ ਸ਼ੁਰੂ ਹੋ ਗਿਆ। ਫਿਰ ਪੂਰਨ ਸਵਰਾਜ ਦੀ ਮੰਗ, ਆਜ਼ਾਦੀ ਦੀ ਲੜਾਈ ਪੂਰੇ ਜ਼ੋਰ ਸ਼ੋਰ ਨਾਲ ਚੱਲ ਪਈ। 26 ਜਨਵਰੀ 1929 ਨੂੰ ਲਾਹੌਰ ਵਿੱਚ ਕਾਂਗਰਸ ਇਜਲਾਸ ਦੇ ਸਭਾਪਤੀ ਪੰਡਿਤ ਜਵਾਹਰ ਲਾਲ ਨਹਿਰੂ ਸਨ। ਇਸ ਇਜਲਾਸ ਵਿੱਚ ਇਹ ਫੈਸਲਾ ਕੀਤਾ ਗਿਆ ਕਿ ਉਹ ਪੂਰਨ ਸਵਰਾਜ ਲੈ ਕੇ ਹੀ ਦਮ ਲੈਣਗੇ। ਇਹ ਵੀ ਫੈਸਲਾ ਕੀਤਾ ਗਿਆ ਕਿ ਵੱਡੇ ਪੈਮਾਨੇ 'ਤੇ ਸੱਤਿਆਗ੍ਰਹਿ ਸ਼ੁਰੂ ਕੀਤੇ ਜਾਣ। ਸੱਤਿਆਗ੍ਰਹਿ ਅੰਦੋਲਨ ਦੇ ਨੇਤਾ ਗਾਂਧੀ ਜੀ ਸਨ। 12 ਮਾਰਚ 1930 ਨੂੰ ਆਪਣੇ ਕੁਝ ਸਾਥੀਆਂ ਨਾਲ ਉਹਨਾਂ ਦੇ ਸਾਬਰਮਤੀ ਆਸ਼ਰਮ ਤੋਂ ਡਾਂਡੀ ਵੱਲ ਨੂੰ ਕੂਚ ਕੀਤਾ। ਸਾਬਰਮਤੀ ਆਸ਼ਰਮ ਤੋਂ ਡਾਂਡੀ 300 ਕਿਲੋਮੀਟਰ ਤੋਂ ਵੀ ਜ਼ਿਆਦਾ ਹੈ। ਇਹ ਸਮੁੰਦਰੀ ਤੱਟ ਹੈ, ਉਹ ਸਥਾਨ ਹੈ ਜਿੱਥੇ ਗਾਂਧੀ ਜੀ ਨੇ ਨਮਕ ਕਾਨੂੰਨ ਤੋੜਿਆ ਸੀ। ਫਿਰ ਡਾਂਡੀ ਯਾਤਰਾ। ਅੰਗਰੇਜ਼ੀ ਸਰਕਾਰ ਨੇ ਨਮਕ ਤੇ ਟੈਕਸ ਲਗਾ ਦਿੱਤਾ। ਗਾਂਧੀ ਜੀ ਨੇ ਇਸ ਕਾਨੂੰਨ ਦਾ ਵਿਰੋਧ ਕਰਨ ਦਾ ਫੈਸਲਾ ਕੀਤਾ। ਉਹਨਾਂ ਨੇ ਆਪਣੇ ਅਨੁਯਾਈਆਂ ਦੇ ਨਾਲ ਅਹਿਮਦਾਬਾਦ ਵਿੱਚ ਸਾਬਰਮਤੀ ਆਸ਼ਰਮ ਤੋਂ ਡਾਂਡੀ ਦੀ ਪੈਦਲ ਯਾਤਰਾ ਸ਼ੁਰੂ ਕਰ ਦਿੱਤੀ। ਇਹ ਯਾਤਰਾ ਨਮਕ ਕਾਨੂੰਨ ਦੇ ਵਿਰੋਧ ਵਿੱਚ ਸੀ। ਹਜ਼ਾਰਾਂ ਲੋਕਾਂ ਨੇ ਇਸ ਡਾਂਡੀ ਯਾਤਰਾ ਵਿੱਚ ਭਾਗ ਲਿਆ। ਅੰਗਰੇਜ਼ੀ ਸਰਕਾਰ ਇਸ ਅੰਦੋਲਨ ਤੋਂ ਘਬਰਾ ਗਈ। ਹਜ਼ਾਰਾਂ ਲੋਕਾਂ, ਔਰਤਾਂ ਤੇ ਬੱਚੇ ਵੱਡੀਆਂ ਸੰਖਿਆਵਾਂ ਵਿੱਚ ਅੰਦੋਲਨ ਵਿੱਚ ਹਿੱਸਾ ਲੈਣ ਲੱਗੇ। ਇਹ ਅੰਦੋਲਨ ਦੇ ਪੂਰੇ ਦੇਸ਼ ਵਿੱਚ ਫੈਲ ਜਾਣ ਨਾਲ ਉੱਤਰ ਪੂਰਬ ਵਿੱਚ ਨਾਗਾਲੈਂਡ ਦੀ 13 ਸਾਲ ਦੀ ਰਾਜਕੁਮਾਰੀ ਗਦਨ ਲਿਓ ਨੇ ਵੀ ਇਸ ਅੰਦੋਲਨ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ। ਅਬੁਲ ਗਫਾਰ ਖਾਨ ਨੂੰ ਸਰਹੱਦੀ ਗਾਂਧੀ ਵੀ ਕਿਹਾ ਜਾਂਦਾ ਹੈ। ਉਹਨਾਂ ਨੇ ਉੱਤਰੀ ਸੀਮਾਂਤ ਰਾਜ ਵਿੱਚ ਇਸ ਅੰਦੋਲਨ ਦੀ ਅਗਵਾਈ ਕੀਤੀ ਅਤੇ ਇਸ ਅੰਦੋਲਨ ਨੂੰ ਦਬਾਉਣ ਲਈ ਅੰਗਰੇਜ਼ ਸਰਕਾਰਾਂ ਦੇ ਜਿਹੜੇ ਨੇ ਉਹਨਾਂ ਨੇ ਬਹੁਤ ਸਾਰੇ ਨੇਤਾ ਫੜ ਲਏ ਤੇ ਜੇਲ੍ਹਾਂ ਵਿੱਚ ਭੇਜ ਦਿੱਤੇ, ਪਰ ਇਹ ਅੰਦੋਲਨ ਨੂੰ ਉਹ ਦਬਾ ਨਹੀਂ ਸਕੇ। ਫਿਰ ਉਹਨਾਂ ਨੇ ਭਾਰਤ ਵਿੱਚ ਕੁਝ ਸੁਧਾਰ ਲਾਗੂ ਕਰਨ ਦਾ ਫੈਸਲਾ ਕੀਤਾ। ਮਹਾਤਮਾ ਗਾਂਧੀ ਦਾ ਇਹ ਅੰਦੋਲਨ 1934 ਈਸਵੀ ਤੱਕ ਚੱਲਦਾ ਰਿਹਾ। ਇਸ ਅੰਦੋਲਨ ਤੋਂ ਪ੍ਰੇਰਨਾ ਲੈ ਕੇ ਭਾਰਤ ਦੀ ਜਨਤਾ ਧਰਮਾਂ, ਸੰਪਰਦਾਇ, ਜਾਤੀਆਂ ਤੇ ਵਿੱਚ ਏਕਤਾ ਦੀ ਭਾਵਨਾ ਨੂੰ ਉਜਾਗਰ ਕੀਤਾ। ਸਿਵਲ ਨਾਫਰਮਾਨੀ ਅੰਦੋਲਨ। ਗਾਂਧੀ ਜੀ ਦੀ ਡਾਂਡੀ ਯਾਤਰਾ ਨਾਲ ਲੋਕਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਜਾਗਰਤ ਹੋਈ। ਪੂਰੇ ਭਾਰਤ ਵਿੱਚ ਲੋਕਾਂ ਨੇ ਉਹਨਾਂ ਦਾ ਸਵਾਗਤ ਕੀਤਾ। ਅੰਗਰੇਜ਼ਾਂ ਨੇ ਅੰਦੋਲਨ ਨੂੰ ਕੁਚਲਣ ਦੀ ਪੂਰੀ ਕੋਸ਼ਿਸ਼ ਕੀਤੀ। ਲੋਕਾਂ 'ਤੇ ਲਾਠੀਆਂ ਚਾਰਜ ਕੀਤੇ, ਜੇਲ੍ਹਾਂ ਵਿੱਚ ਡੱਕੇ, ਪਰ ਇਹ ਅੰਦੋਲਨ ਸੀਗਾ ਉਹ ਕੋਨੇ-ਕੋਨੇ ਵਿੱਚ ਫੈਲ ਗਿਆ। ਅੱਗੇ ਅਸੀਂ ਗੱਲ ਕਰਾਂਗੇ ਸੁਦੇਸ਼ੀ ਅੰਦੋਲਨ। ਸੁਦੇਸ਼ੀ ਅੰਦੋਲਨ ਤੋਂ ਉਤਸ਼ਾਹਿਤ ਹੋ ਕੇ ਲੋਕਾਂ ਨੇ ਆਪਣੇ ਪ੍ਰਯੋਗ ਦੀਆਂ ਵਸਤੂਆਂ ਦਾ ਨਿਰਮਾਣ ਸ਼ੁਰੂ ਕਰ ਦਿੱਤਾ। ਲੋਕ ਚਰਖੇ ਦਾ ਪ੍ਰਯੋਗ ਕਰਦੇ ਹੋਏ ਖਾਦੀ ਦੇ ਕੱਪੜਿਆਂ ਦਾ ਪ੍ਰਯੋਗ ਕਰਨ ਲੱਗੇ। ਇਸ ਤਰ੍ਹਾਂ ਖਾਦੀ ਸੁਤੰਤਰਤਾ ਅੰਦੋਲਨ ਦਾ ਪ੍ਰਤੀਕ ਬਣ ਗਈ। ਫਿਰ ਹੈਗਾ ਭਾਰਤ ਸਰਕਾਰ ਅਧਿਨਿਯਮ 1935 ਈਸਵੀ। ਅੰਗਰੇਜ਼ੀ ਸਰਕਾਰ ਭਾਰਤ ਦੀ ਸੰਰਚਨਾ ਦੇ ਸੰਬੰਧ ਵਿੱਚ ਨਵੇਂ ਸੁਧਾਰਾਂ ਨਾਲ ਅੱਗੇ ਆਈ। ਇਸ ਕਾਰਨ ਭਾਰਤ ਵਿੱਚ ਸਰਕਾਰ ਅਧਿਨਿਯਮ 1935 ਈਸਵੀ ਪਾਸ ਕੀਤਾ ਗਿਆ। ਅਧਿਨਿਯਮ ਵਿੱਚ ਪ੍ਰਾਂਤਕ ਸਵੈ ਸ਼ਾਸਨ ਦੇ ਉਦੇਸ਼ ਨੂੰ ਲਾਗੂ ਕੀਤਾ ਗਿਆ। ਹੁਣ ਲੋਕ ਪ੍ਰਾਂਤਕ ਸਰਕਾਰਾਂ ਵਿੱਚ ਆਪਣੇ ਪ੍ਰਤੀਨਿਧੀਆਂ ਦੀ ਚੋਣ ਕਰ ਸਕਦੇ ਸਨ, ਪਰ ਅਸਲ ਵਿੱਚ ਗਵਰਨਰ ਨੂੰ ਹੀ ਸਾਰੇ ਅਧਿਕਾਰ ਦੇ ਦਿੱਤੇ ਗਏ ਅਤੇ ਜਨ ਪ੍ਰਤੀਨਿਧੀ ਕੁਝ ਨਹੀਂ ਕਰ ਸਕੇ। ਕਾਂਗਰਸ ਦੇ ਅਧਿਨਿਯਮ 1935 ਈਸਵੀ ਨੂੰ ਰੱਦ ਕਰ ਦਿੱਤਾ। 1937 ਦੀਆਂ ਚੋਣਾਂ ਵਿੱਚ ਹਿੱਸਾ ਲਿਆ ਗਿਆ। ਚੋਣਾਂ ਵਿੱਚ ਕਾਂਗਰਸ ਭਾਰੀ ਬਹੁਮਤ ਨਾਲ ਜਿੱਤ ਗਈ ਤੇ ਜ਼ਿਆਦਾਤਰ ਪ੍ਰਾਂਤਾਂ ਵਿੱਚ ਕਾਂਗਰਸ ਦੀ ਸਰਕਾਰ ਬਣੀ। ਫਿਰ ਅੱਗੇ ਹੈਗਾ ਦੂਜਾ ਵਿਸ਼ਵ ਯੁੱਧ। 1939 ਈਸਵੀ ਨੂੰ ਜਦੋਂ ਦੂਜਾ ਵਿਸ਼ਵ ਯੁੱਧ ਸ਼ੁਰੂ ਹੋਇਆ ਤਾਂ ਅੰਗਰੇਜ਼ਾਂ ਨੇ ਭਾਰਤ ਨੂੰ ਹਿੱਸਾ ਲੈਣ ਲਈ ਮਜਬੂਰ ਕਰ ਦਿੱਤਾ। ਕਾਂਗਰਸ ਨੇਤਾਵਾਂ ਨੇ ਵਿਰੋਧ ਪ੍ਰਗਟ ਕੀਤਾ ਤੇ ਕਈ ਰਾਜਾਂ ਤੇ ਮੰਤਰੀਆਂ ਨੇ ਵਿਰੋਧ ਦੇ ਕਾਰਨ ਤਿਆਗ ਪੱਤਰ ਦੇ ਦਿੱਤੇ, ਕਿਉਂਕਿ ਇਸ ਯੁੱਧ ਦਾ ਮੰਤਵ ਸਾਫ਼ ਨਹੀਂ ਸੀ।
1940 ਈਸਵੀ ਵਿੱਚ ਮੁਸਲਿਮ ਲੀਗ ਸੰਗਠਨ ਦੇ ਇਜਲਾਸ ਵਿੱਚ ਮੁਹੰਮਦ ਅਲੀ ਜਿਨਾਹ ਨੇ ਕਿਹਾ ਕਿ ਮੁਸਲਿਮ ਇੱਕ ਅਲੱਗ ਰਾਸ਼ਟਰ ਹਨ ਤੇ ਉਹਨਾਂ ਨੂੰ ਇੱਕ ਅਲੱਗ ਭੂ-ਭਾਗ ਆ ਜਿਹੜਾ ਉਹ ਮਿਲਣਾ ਚਾਹੀਦਾ ਹੈ, ਜਿਸ ਦਾ ਨਾਮ ਪਾਕਿਸਤਾਨ ਹੋਵੇਗਾ। ਭਾਰਤ ਛੱਡੋ ਅੰਦੋਲਨ। ਮਾਰਚ 1942 ਵਿੱਚ ਅੰਗਰੇਜ਼ੀ ਸਰਕਾਰ ਨੇ ਸਰ ਸਟੈਫੋਰਡ ਕ੍ਰਿਪਸ ਨੂੰ ਨਵੇਂ ਸੰਵਿਧਾਨ ਦੇ ਪ੍ਰਸਤਾਵ ਨਾਲ ਭੇਜਿਆ। ਕ੍ਰਿਪਸ ਦੇ ਪ੍ਰਸਤਾਵ ਸੰਤੋਖਜਨਕ ਨਹੀਂ ਸਨ। ਕਾਂਗਰਸ ਤੇ ਮੁਸਲਿਮ ਲੀਗ ਦੋਹਾਂ ਨੇ ਇਹਨਾਂ ਪ੍ਰਸਤਾਵਾਂ ਨੂੰ ਅਸਵੀਕਾਰ ਕਰ ਦਿੱਤਾ। ਮਈ 1942 ਈਸਵੀ ਵਿੱਚ ਗਾਂਧੀ ਜੀ ਨੇ ਕਿਹਾ ਭਾਰਤ ਨੂੰ ਭਗਵਾਨ ਦੇ ਭਰੋਸੇ ਤੇ ਛੱਡ ਦਿਓ। 8 ਅਗਸਤ 1942 ਵਿੱਚ ਗਾਂਧੀ ਜੀ ਨੇ ਲੋਕਾਂ ਨੂੰ ਨਾਅਰਾ ਦਿੱਤਾ, ਕਰੋ ਜਾਂ ਮਰੋ। ਜਲਦੀ ਹੀ ਇਹ ਅੰਦੋਲਨ ਪੂਰੇ ਦੇਸ਼ ਵਿੱਚ ਫੈਲ ਗਿਆ। ਅੰਗਰੇਜ਼ ਸਰਕਾਰ ਨੇ ਗਾਂਧੀ ਜੀ ਤੇ ਦੂਜੇ ਨੇਤਾਵਾਂ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ। ਅੰਦੋਲਨਕਾਰੀਆਂ ਨੇ ਪੁਲਿਸ ਥਾਣੇ ਤੇ ਸਰਕਾਰੀ ਭਵਨ ਨਸ਼ਟ ਕਰ ਦਿੱਤੇ। ਅੰਗਰੇਜ਼ੀ ਸਰਕਾਰ ਨੇ ਅੰਦੋਲਨ ਨੂੰ ਦਬਾਉਣ ਲਈ ਪੂਰਾ ਯਤਨ ਕੀਤਾ। ਉਸਨੇ ਅੰਦੋਲਨਕਾਰੀਆਂ ਤੇ ਲਾਠੀਚਾਰਜ ਵਰਸਾਏ ਤੇ ਇਸ ਤਰ੍ਹਾਂ ਨਾਲ ਇਹ ਅੰਦੋਲਨ ਸੀਗਾ ਜਿਹੜਾ ਉਗਰ ਰੂਪ ਧਾਰਨ ਕਰ ਗਿਆ, ਜਿਹਦੇ ਨਤੀਜੇ ਵਜੋਂ ਅਸੀਂ ਅੱਜ ਆਨੰਦਿਤ ਹੋ ਰਹੇ ਹਾਂ, ਆਪਣੀ ਆਜ਼ਾਦੀ ਨੂੰ ਦੇਖ ਕੇ ਆਜ਼ਾਦੀ ਦਾ ਆਨੰਦ ਮਾਣ ਰਹੇ ਹਾਂ। ਤਾਂ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ। ਅਸੀਂ ਉਹ ਸੰਘਰਸ਼ ਕੀਤੇ ਨੇ ਜਿਹੜੇ ਆਜ਼ਾਦੀ ਪ੍ਰਾਪਤੀ ਲਈ ਸਾਨੂੰ ਮੀਲ ਪੱਥਰ ਸਾਬਤ ਹੋਏ, ਜਾਂ ਜਿਨ੍ਹਾਂ ਰਾਹੀਂ ਅਸੀਂ ਆਜ਼ਾਦੀ ਪ੍ਰਾਪਤ ਕੀਤੀ ਹੈ। ਤਾਂ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ। ਫਿਰ ਮਿਲਦੇ ਹਾਂ ਨੈਕਸਟ ਟੌਪਿਕ ਨਾਲ। ਓਕੇ, ਥੈਂਕਸ।